ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੁਰੂ ਜਿਨ੍ਹਾਂ ਕਾ ਅੰਧਲਾ ਚੇਲੇ ਨਾਹੀ ਠਾਓ। ਬਿਨ ਸਤਿਗੁਰ ਨਾਉ ਨ ਪਾਈਐ, ਬਿਨ ਨਾਵੈ ਕਿਆ ਸੁਆਓ। ਗੁਰੂ ਜਿਨ੍ਹਾਂ ਕਾ ਅੰਧਲਾ ਚੇਲੇ ਨਾਹੀ ਠਾਓ। ਬਿਨ ਸਤਿਗੁਰ ਨਾਉ ਨ ਪਾਈਐ, ਬਿਨ ਨਾਵੈ ਕਿਆ ਸੁਆਓ। ਆਏ ਗਿਆ ਪਛਤਾਵਨਾ, ਜਿਉ ਸੁਣੈ ਘਰ ਕਾਓ। ਬਿਨ ਨਾਵੈ ਦੁਖ ਦੇ ਹੋਰੀ, ਜਿਉ ਕਲਰ ਕੀ ਪੀਤ। ਤਬ ਲਗ ਮਹਿਲ ਨ ਪਾਈਐ, ਜਬ ਲਗ ਸਾਚ ਨ ਚੀਤ। ਸ਼ਬਦ ਰਪੈ ਘਰ ਪਾਈਐ, ਨਿਰਬਾਣੀ ਪਦ ਨੀਤ। ਸ਼ਬਦ ਰਪੈ ਘਰ ਪਾਈਐ, ਨਿਰਬਾਣੀ ਪਦ ਨੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ। ਆਪ ਜੀ ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਪਣ ਕਰ ਰਹੇ ਸੀ। ਉਪਰੰਤ ਚੱਲ ਰਹੀ ਲੜੀਵਾਰ ਕਥਾ ਮੁਤਾਬਕ ਪਵਿੱਤਰ ਸ਼ਬਦ ਦਾ ਪਾਠ ਸਰਵਣ ਕੀਤਾ ਜੀ। ਆਓ ਮਨੋਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬੁਲੰਦ ਗੱਜ ਕੇ ਆਖੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਹਾਂ ਗੁਰ ਪੁੱਛੋ ਆਪਣੇ, ਗੁਰ ਪੁੱਛ ਕਾਰ ਕਮਾਓ। ਸ਼ਬਦ ਸਲਾਹੀ ਮਨ ਵਸੈ, ਹਉ ਮੈਂ ਦੁਖ ਜਲ ਜਾਓ। ਸਹਿਜੇ ਹੋਏ ਮਿਲਾਵੜਾ, ਸਾਚੈ ਸਾਚ ਮਿਲਾਓ। ਸ਼ਬਦ ਸਲਾਹੀ ਮਨ ਵਸੈ, ਹਉ ਮੈਂ ਦੁਖ ਜਲ ਜਾਓ। ਸਹਿਜੇ ਹੋਏ ਮਿਲਾਵੜਾ, ਸਾਚੈ ਸਾਚ ਮਿਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਵਿੱਤਰ ਸ਼ਬਦ ਪਹਿਲੇ ਪਾਤਸ਼ਾਹ ਆਪ ਨਰਾਇਣ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਅੰਗ 58 ਉੱਪਰ ਸੁਭਾਏਮਾਨ ਸ਼ਬਦ, ਜਿਸ ਦੇ 4 ਪਦੇ ਆਪਾਂ ਪਿਛਲੇ ਦਿਨੀ ਸਰਵਣ ਕੀਤੇ। ਇਸ ਸ਼ਬਦ ਦੀ ਆਰੰਭਤਾ 57 ਤੋਂ ਕਰਦੇ ਹਨ। ਸੁਣ ਮਨ ਭੂਲੇ ਬਾਵਰੇ, ਗੁਰ ਕੀ ਚਰਨੀ ਲਾਗ।
ਹਰ ਜਪ ਨਾਮ ਧਿਆਏ ਤੂੰ, ਜਮ ਡਰ ਪੈ ਦੁਖ ਭਾਗ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮਨ ਨੂੰ ਸੰਬੋਧਨ ਕਰਕੇ ਹੁਕਮ ਕਰਦੇ ਹਨ ਕਿ ਆ ਮਨਾ, ਗੁਰੂ ਦੇ ਚਰਨੀ ਲੱਗੀਏ। ਔਰ ਜਿਹੜਾ ਜੰਮਣ ਮਰਨ ਦਾ ਦੁੱਖ ਹੈ, ਵਾਰ-ਵਾਰ ਜੰਮਣਾ ਮਰਨਾ ਜੰਮਣਾ ਮਰਨਾ ਕਰੇ, ਪੇਟ ਦੀ ਅੱਗ ਵਿੱਚ ਸੜਨਾ ਤੇ ਕਦੇ ਚਿਖਾ ਦੀ ਅੱਗ ਵਿੱਚ ਸੜਨਾ। 84 ਲੱਖ ਜੂਨਾਂ ਵਿੱਚ ਜੀਵ ਦਾ ਜਨਮ ਹੁੰਦਾ ਹੈ। ਉਸ ਤੋਂ ਪਹਿਲਾਂ ਮਾਤਾ ਦੇ ਉਦਰ ਵਿਖੇ ਜਦ ਇਹਦਾ ਆਉਣਾ ਬਣਦਾ ਤਾਂ ਉੱਥੇ ਵੀ ਅੱਗ ਮੱਚ ਰਹੀ ਹੈ। ਕਬੀਰ ਸਾਹਿਬ ਜੀ ਵੀ ਇਸ ਵਿਸ਼ੇ 'ਤੇ ਗੱਲ ਕਰਦੇ ਹੈ, ਇੱਕ ਦੁੱਖ ਰਾਮ ਰਹਿ ਕਾਟੋ ਮੇਰਾ, ਅਗਨ ਦਹੈ ਅਰ ਗਰਭ ਬਸੇ। ਕਦੇ ਅੱਗ ਵਿੱਚ ਮੱਚਣਾ, ਕਦੇ ਮਾਂ ਦੇ ਗਰਭ ਦੀ ਅੱਗ ਵਿੱਚ ਮੱਚਣਾ। ਇਹਨਾਂ ਦੁੱਖਾਂ ਨੂੰ ਦੂਰ ਕਰਨ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਆ ਸਿੱਖਾ ਉਹ ਮਨਾ ਗੁਰੂ ਨੂੰ ਪੁੱਛੀਏ। ਰੇ ਮਨ ਭੂਲੇ ਬਾਬਰੇ ਗੁਰ ਕੀ ਚਰਣੀ ਲਾਗ। ਹੁਣ ਗੁਰੂ ਦੀ ਗੱਲ ਹੈ, ਕਨਸੈਪਟ ਹੈ, ਗੁਰੂ ਪ੍ਰਾਪਤ ਕਰਨਾ, ਗੁਰੂ ਵਾਲੇ ਬਣਨਾ। ਔਰ ਇਹ ਆਦਿ ਜੁਗਾਤੀ ਪਰਮੇਸ਼ਰ ਦਾ ਬਣਾਇਆ ਹੋਇਆ ਕੁਦਰਤੀ ਕਾਨੂੰਨ ਹੈ ਕਿ ਹਰ ਮਨੁੱਖ ਨੂੰ ਕੋਈ ਵੀ ਪ੍ਰਾਪਤੀ ਕਰਨ ਵਾਸਤੇ ਪਹਿਲਾਂ ਗੁਰੂ ਧਾਰਨ ਕਰਨਾ ਪੈਂਦਾ। ਚਾਹੇ ਉਹ ਛੋਟੀ ਬੱਚੀ ਦੀ ਪਹਿਲਾਂ ਮਾਂ ਗੁਰੂ ਬਣਦੀ ਆ, ਉਹਨੂੰ ਘਰ ਦੇ ਕੰਮਕਾਰ ਸਿਖਾਉਂਦੀ ਆ। ਉਸ ਤੋਂ ਬਾਅਦ ਬੱਚਾ ਵੱਡਾ ਹੁੰਦਾ ਤੇ ਸੰਸਾਰੀ ਭਾਸ਼ਾ ਸਿੱਖਣ ਵਾਸਤੇ, ਵਿੱਦਿਆ ਪੜ੍ਹਨ ਵਾਸਤੇ ਮਾਸਟਰਾਂ ਕੋਲ ਜਾਂਦਾ, ਉਹ ਵੀ ਗੁਰੂ ਹੈ। ਔਰ ਗੁਰੂ ਪਿਆਰੂ ਇਸੇ ਤਰ੍ਹਾਂ ਫਿਰ ਅੱਗੇ ਚੱਲ ਕੇ ਵਰਕਸ਼ਾਪਾਂ ਦੇ ਵਿੱਚ ਕੰਮ ਸਿੱਖਦਾ ਜਾਂ ਕੋਈ ਕੋਰਸ ਕਰਦਾ, ਉੱਥੇ ਵੀ ਉਸਤਾਦ ਰੂਪ ਗੁਰੂ ਮਿਲਦੇ ਆ। ਪਰ ਮਨੁੱਖ ਦੀ ਕੋਸ਼ਿਸ਼ ਹੁੰਦੀ ਹੈ ਜਿਹੜਾ ਮੈਨੂੰ ਗੁਰੂ ਮਿਲੇ ਉਹ ਸਮਰੱਥ ਹੋਵੇ, ਕਿਉਂਕਿ ਜਿਸ ਨੂੰ ਖੁਦ ਨੂੰ ਨਹੀਂ ਪਤਾ ਉਹ ਮੈਨੂੰ ਕੀ ਪਾਰ ਲਾਵੇਗਾ। ਸੰਸਾਰੀ ਤੌਰ ਤੇ ਅਸੀਂ ਕਿਸੇ ਡਾਕਟਰ ਕੋਲੇ ਜਾਣਾ ਹੈ ਤਾਂ ਵਧੀਆ ਡਾਕਟਰ ਭਾਲਦੇ ਹਾਂ ਜਿਹੜਾ ਚੰਗੀ ਤਰ੍ਹਾਂ ਜਾਣਦਾ ਹੋਵੇ। ਨੀਮ ਹਕੀਮ ਖਤਰਾ ਹੈ ਜਾਣ। ਕਿਸੇ ਅਣਜਾਣ ਡਾਕਟਰ ਦੇ ਪੱਲੇ ਪੈ ਜਾਈਏ ਤੇ ਜਾਣ ਨੂੰ ਖਤਰਾ ਪੈਦਾ ਹੋ ਸਕਦਾ। ਬੱਚੇ ਨੂੰ ਸਕੂਲ 'ਚ ਪੜ੍ਹਾਉਣੇ ਆ ਤੇ ਕੋਸ਼ਿਸ਼ ਕਰਦੇ ਆ ਵਧੀਆ ਪੜ੍ਹਿਆ ਲਿਖਿਆ ਸਿਆਣਾ ਮਾਸਟਰ ਮਿਲ ਜਾਵੇ ਟਿਊਸ਼ਨ ਵਾਸਤੇ ਤਾਂ ਬੱਚਾ ਕਾਮਯਾਬ ਹੋ ਜਾਵੇ। ਇਹ ਛੋਟੇ ਛੋਟੇ ਗੁਰੂ ਤਾਂ ਅਸੀਂ ਬੜੀ ਖੋਜ ਕਰਕੇ ਲੱਭਦੇ ਹਾਂ। ਹੋਰ ਤਾਂ ਹੋਰ ਘੁਮਿਆਰਾਂ ਦਾ ਘੜਾ ਲੈਣ ਵੇਲੇ ਮਾਈ ਵੀ ਕੱਲੀ ਨਹੀਂ ਜਾਂਦੀ, 2-4 ਬੀਬੀਆਂ ਨਾਲ ਲੈ ਜਾਂਦੀ ਆ। ਆਪ ਠੋਲੇ ਮਾਰ ਕੇ ਦੇਖਦੀ ਆ, ਪਹਿਲਾਂ ਘੁਮਿਆਰ ਉਹਨੂੰ ਪਰਖ ਕੇ ਦਿੰਦਾ, ਠੋਲਾ ਮਾਰ ਕੇ ਫਿਰ ਆਪ ਮਾਰਦੀ ਆ, ਫਿਰ ਨਾਲ ਗਈਆਂ ਬੀਬੀਆਂ ਨੂੰ ਕਹਿੰਦੀ ਕੋਲੇ ਭੈਣੇ ਦੇਖੀ ਠੀਕ ਆ। ਹੁਣ ਹਿਸਾਬ ਲਾ ਲਓ ਵੀ ਇੱਕ 10, 20 ਜਾਂ 50, 100 ਰੁਪਏ ਦੀ ਚੀਜ਼ ਖਰੀਦਣ ਵੇਲੇ ਬੰਦਾ ਕਿੰਨੀ ਸੋਚ ਵਰਤਦਾ ਹੈ, ਕਿੰਨੀ ਖੋਜ ਕਰਦਾ ਹੈ, ਪਰ ਇਹ ਮਨੁੱਖਾ ਜੀਵਨ ਸਫਲਾ ਹੋ ਜਾਵੇ ਇਹਦੇ ਬਾਰੇ ਕੁਝ ਵੀ ਨਹੀਂ ਸੋਚਦਾ। ਤੇ ਜਦੋਂ ਇਹਦੇ ਬਾਰੇ ਨਹੀਂ ਸੋਚਦਾ ਤੇ ਇਹਦੀ ਜ਼ਿੰਦਗੀ ਦੀ ਸਾਰੀ ਜਿਹੜੀ ਹੈ ਕਮਾਈ, ਸਾਰੀ ਮਿਹਨਤ ਨਿਫਲ ਜਾ ਸਕਦੀ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਹਉ ਗੁਰ ਪੁੱਛੋ ਆਪਣੇ, ਗੁਰ ਪੁੱਛਕਾਰ ਕਮਾਉ। ਚੌਥਾ ਪਦਾ ਪਿਛਲੇ ਦਿਨੀ ਆਪਾਂ ਸਰਵਣ ਕੀਤਾ ਸੀਗਾ, ਅੱਗੇ 5ਵਾਂ ਪਦਾ ਆਰੰਭ ਹੁੰਦਾ ਹੈ। ਪਿੱਛੇ ਇੱਕ ਤੀਸਰਾ ਪਦਾ ਹੈ, ਉਹਦੇ ਵਿੱਚ ਪਾਤਸ਼ਾਹ ਕਹਿ ਰਹੇ ਹਨ, ਗੁਰੂ ਜਿਨ੍ਹਾਂ ਕਾ ਅੰਧਲਾ, ਗੁਰੂ ਵੀ ਸੋਚ ਸਮਝ ਕੇ ਕਰਿਓ। ਗੁਰੂ ਵੀ ਸੋਚ ਸਮਝ ਕੇ ਉਸ ਨੂੰ ਆਪਣਾ ਜੀਵਨ ਸਮਰਪਣ ਕਰਿਓ, ਕਿਤੇ ਕਿਸੇ ਅਗਿਆਨੀ ਅੰਧਲੇ ਲਾਲਚੀ ਗੁਰੂ ਦੇ ਪੱਲੇ ਨਾ ਜੀਵਨ ਪਾ ਦਿਓ, ਛੇੜਾ ਜੀਵਨ ਬਰਬਾਦ ਕਰ ਦੇਵੇ। ਗੁਰੂ ਜਿਨ੍ਹਾਂ ਕਾ ਅੰਧਲਾ ਚੇਲੇ ਨਾਹੀ ਠਾਓ, ਜਿਨ੍ਹਾਂ ਦਾ ਗੁਰੂ ਹੀ ਅੰਨਾ ਹੈ ਚੇਲਿਆਂ ਨੂੰ ਕਿਵੇਂ ਟਿਕਾਣਾ ਦੇ ਸਕਦਾ। ਜਿਵੇਂ 6ਵੇਂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇੱਕ ਬਹੁਤ ਭਾਰੀ ਅਜਗਰ ਸੱਪ ਆਇਆ, ਸਿੱਖ ਮਾਰਨ ਲੱਗੇ, ਪਾਤਸ਼ਾਹ ਜੀ ਨੇ ਰੋਕ ਦਿੱਤਾ। ਔਰ ਜਦ ਪਾਤਸ਼ਾਹ ਜੀ ਦੇ ਨੇੜੇ ਪਹੁੰਚਿਆ, ਆਪਣਾ ਸੱਜਾ ਅੰਗੂਠਾ ਉਹਦੇ ਸਰੀਰ ਤੇ ਸੁਹਾਇਆ ਤੇ ਸੱਪ ਸਰੀਰ ਛੱਡ ਗਿਆ। ਉਸ ਤੋਂ ਬਾਅਦ
ਉਹ ਸੱਪ ਦਾ ਜਿਹੜਾ ਸਰੀਰ ਸੀ ਬੜਾ ਡਾਢਾ ਮੋਟਾ ਭਾਰੀ ਸੀ ਤੇ ਉਸ ਨੂੰ ਕੀੜੀਆਂ ਖਾ ਰਹੀਆਂ ਸਨ, ਉਹਦੇ ਮਾਸ ਨੂੰ, ਜਿਉਂਦੇ ਨੂੰ। ਤੜਫਦਾ ਹੋਇਆ ਉਹ ਘੁੰਮ ਰਿਹਾ ਸੀਗਾ। ਆਪਣਾ ਸਰੀਰ ਉਹ ਤੋਂ ਖੁਦ ਤੋਂ ਖਿੱਚਿਆ ਵੀ ਨਹੀਂ ਸੀ ਜਾਂਦਾ, ਇੰਨਾ ਭਾਰੀ ਹੋ ਚੁੱਕਿਆ ਸੀ। ਪਰ ਬੜੇ ਅਚਰਜ ਹੋਏ ਸਿੱਖ ਜਿਹੜੇ ਪਾਤਸ਼ਾਹ ਨਾਲ ਜੰਗਲ ਵਿੱਚ ਭਾਈ ਕੀ ਡਰੋਲੀ ਦਾ ਇਲਾਕਾ ਹੈ, ਸ਼ਿਕਾਰ ਖੇਡਣ ਨਾਲ ਗਏ ਸਨ। ਉਹ ਹੈਰਾਨ ਹੋਏ ਵੀ ਇਹ ਸੱਪ ਗੂਠੇ ਲਾਇਆ ਮਰ ਗਿਆ, ਚਲੋ ਠੀਕ ਹੈ, ਗੁਰੂ ਦੀ ਪਾਵਰ ਹੈ, ਸ਼ਕਤੀ ਹੈ, ਪਰ ਆ ਕੀੜੀਆਂ ਕਿਵੇਂ ਮਰ ਗਈਆਂ ਜਿਹੜੀਆਂ ਇਹਨੂੰ ਖਾ ਰਹੀਆਂ ਸੀ? ਕਿਉਂ ਕੀੜੀ ਤਾਂ ਪੈਰ ਥੱਲੇ ਆ ਕੇ ਵੀ ਜਲਦੀ ਮਰਦੀ ਨਹੀਂ। ਸਿੱਖਾਂ ਨੇ ਪੁੱਛਿਆ, ਮਹਾਰਾਜ ਹੋਰ ਤਾਂ ਹੋਰ, ਚਲੋ ਸੱਪ ਦਾ ਤੁਸੀਂ ਉਧਾਰ ਕਰਤਾ, ਇਹ ਕੀੜੀਆਂ ਕਿਵੇਂ ਮਰ ਗਈਆਂ? ਪਾਤਸ਼ਾਹ ਕਹਿੰਦੇ ਇਸੇ ਨੂੰ ਪੁੱਛ ਲਓ। ਤੇ ਜਦ ਉਸੇ ਹੀ ਰੂਹ ਨੂੰ ਸਤਿਗੁਰਾਂ ਨੇ ਹੁਕਮ ਦਿੱਤਾ ਬਈ ਕੌਣ ਹੈ ਤੂੰ, ਦੱਸ ਕੇ ਜਾ। ਕਹਿੰਦੇ ਉਹ ਰੂਪ ਧਾਰ ਕੇ ਦਿਵਿਆ, ਆਤਮਿਕ ਰੂਪ ਧਾਰ ਕੇ, ਸੂਖਮ ਰੂਪ ਧਾਰ ਕੇ ਸਤਿਗੁਰਾਂ ਦੇ ਸਾਹਮਣੇ ਖੜੀ ਹੋ ਗਈ। ਪਾਤਸ਼ਾਹ ਪੁੱਛਦੇ ਆ ਕੌਣ ਹੈ ਤੂੰ, ਕਿਉਂ ਸੱਪ ਬਣਿਆ? ਕਹਿੰਦਾ ਮੈਂ ਇੱਕ ਪਖੰਡੀ ਗੁਰੂ ਸੀ ਜਿਹਨੂੰ ਖੁਦ ਨੂੰ ਗਿਆਨ ਨਹੀਂ ਸੀਗਾ, ਔਰ ਨਾ ਹੀ ਮੈਂ ਕਿਸੇ ਨੂੰ ਗੁਰੂ ਧਾਰਨ ਕੀਤਾ ਸੀ, ਆਪੇ ਬਣਿਆ ਹੋਇਆ ਗੁਰੂ ਸੀ। ਔਰ ਬਹੁਤ ਲੋਕ ਮੇਰੇ ਮਗਰ ਲੱਗੇ, ਮੈਂ ਲੋਕਾਂ ਨੂੰ ਆਸ਼ਵਾਸਨ ਦਿੱਤਾ, ਲੋਕਾਂ ਨੂੰ ਧੀਰਜ ਦਿੱਤਾ ਕਿ ਮੈਂ ਤੁਹਾਨੂੰ ਪਾਰ ਲਾਊਂਗਾ, ਬਸ ਮੇਰੇ ਕੋਲ ਆਇਆ ਕਰੋ। ਬਹੁਤ ਸਾਰੇ ਐਸੇ ਹਨ ਲੋਕ ਅੱਜ ਵੀ ਪਖੰਡੀ ਦੁਨੀਆ ਵਿੱਚ, ਜਿਹੜੇ ਲਗਭਗ ਆਪਣੇ ਚੇਲਿਆਂ ਨੂੰ ਹੋਰ ਕਿਤੇ ਜਾਣ ਤੋਂ ਵਰਜਦੇ ਆ। ਹੁਣ ਕੀ ਹੋਇਆ? ਤੇ ਮਹਾਰਾਜ ਉਹ ਜਿਹੜੇ ਮੇਰੇ ਚੇਲੇ ਬਾਲ ਕੇ ਸਨ, ਸਾਰੇ ਮੇਰੇ ਕੋਲ ਆਉਣ ਲੱਗੇ, ਆਉਂਦੇ ਰਹੇ। ਉਹਨਾਂ ਨੇ ਆਪਣੀ ਸੰਪਤੀ, ਆਪਣੇ ਮਾਇਆ, ਆਪਣਾ ਦੁੱਧ ਦਹੀਂ ਆਦਿ ਇਹ ਸਭ ਕੁਝ ਮੈਨੂੰ ਦੇਣਾ ਸ਼ੁਰੂ ਕੀਤਾ। ਮੈਂ ਖਾਂਦਾ ਰਿਹਾ, ਪਰ ਮੇਰਾ ਖੁਦ ਦਾ ਉਧਾਰ ਨਹੀਂ ਹੋਇਆ। ਮੈਂ ਉਹਨਾਂ ਦਾ ਕਿਵੇਂ ਕਰਨਾ? ਗੁਰੂ ਜਿਨ੍ਹਾਂ ਕਾ ਅੰਧਲਾ ਚੇਲੇ ਨਾ ਹੀ ਠਾਓ, ਕਿਉਂਕਿ ਮੈਂ ਖੁਦ ਗੁਰੂ ਵਾਲਾ ਨਹੀਂ ਸੀ ਮਹਾਰਾਜ। ਅਖੀਰ ਇਹਨਾਂ ਚੇਲਿਆਂ ਦਾ ਜਿਹੜਾ ਸ਼ੋਸ਼ਣ ਮੈਂ ਕੀਤਾ, ਉਹਨਾਂ ਦਾ ਭੋਜਨ, ਉਹਨਾਂ ਦੀ ਮਾਇਆ, ਉਹਨਾਂ ਦੀਆਂ ਵਸਤੂਆਂ ਮੈਂ ਖਾਂਦਾ ਰਿਹਾ, ਪਰ ਮੈਂ ਮੁਕਤੀ ਨਹੀਂ ਕਰ ਸਕਿਆ। ਅਖੀਰ ਲੈਣਾ ਦੇਣਾ ਬਰਾਬਰ ਕਰਨਾ ਹੀ ਪੈਂਦਾ। ਲੈਣ ਦੇਣ ਦਾ ਹਿਸਾਬ ਹੈ, ਲਏ ਦਿੱਤੇ ਬਿਨ ਰਹੇ ਨਾ ਕੋਏ। ਬਾਣੀ ਵੀ ਕਹਿੰਦੀ ਆ ਸਾਡੇ ਲੈਣ ਦੇਣ ਦੇ ਸੰਬੰਧ ਹੈ। ਕੋਈ ਪੁੱਤਰ ਬਣ ਕੇ ਆ ਗਿਆ, ਕੋਈ ਧੀ ਬਣ ਕੇ ਆ ਗਿਆ, ਕੋਈ ਮਾਂ ਪਿਓ ਬਣ ਗਿਆ, ਉਹਨਾਂ ਦਾ ਦੇਣਾ ਹੀ ਆ। ਚੱਕਰ ਇਹੀ ਆ। ਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਕਹਿੰਦੇ ਉਹ ਰੂਹ ਕਹਿਣ ਲੱਗੀ, ਮਹਾਰਾਜ ਇਹ ਕੀੜੀਆਂ ਮੇਰੇ ਚੇਲੇ ਹੀ ਆ, ਨਾ ਮੇਰਾ ਉਧਾਰ ਹੋਇਆ ਨਾ ਚੇਲਿਆਂ ਦਾ ਹੋਇਆ। ਅੱਜ ਮੈਂ ਆਪ ਜੀ ਦੇ ਚਰਨੀ ਲੱਗਿਆ ਹਾਂ, ਮੇਰੀ ਵੀ ਮੁਕਤੀ ਹੋ ਗਈ ਤੇ ਮੇਰੀ ਜਿਹੜੀ ਜਨਤਾ ਸੀ ਮੇਰੇ ਮਗਰ ਲੱਗੀ ਹੋਈ, ਉਹਨਾਂ ਦਾ ਵੀ ਤੁਹਾਡੀ ਕਿਰਪਾ ਨਾਲ ਉਧਾਰ ਹੋ ਗਿਆ। ਹੁਣ ਅਸੀਂ ਦੇਵਲੋਕ ਨੂੰ ਜਾ ਰਹੇ ਹਾਂ, ਸੱਚਖੰਡ ਨੂੰ ਜਾ ਰਹੇ ਹਾਂ। ਇਸ ਕਰਕੇ ਗੁਰੂ ਨੂੰ ਪੁੱਛ ਕੇ ਹੀ ਸਾਨੂੰ ਕੁਝ ਕਰਨਾ ਚਾਹੀਦਾ ਹੈ। ਗੁਰੂ ਦਾ ਮਤਲਬ ਹੈ ਵੱਡਾ, ਗੁਰੂ ਦਾ ਮਤਲਬ ਜਿਹੜਾ ਸਾਡੇ ਤੋਂ ਵੱਧ ਜਾਣਦਾ, ਉਹਨੂੰ ਪੁੱਛ ਲੈਣਾ। ਤੇ ਗੁਰੂ ਅਸੀਂ ਬਚਪਨ ਤੋਂ ਹੀ ਆਰੰਭ ਕਰ ਲੈਂਦੇ ਹਾਂ। ਗੁਰਦੇਵ ਮਾਤਾ, ਫਿਰ ਗੁਰਦੇਵ ਪਿਤਾ, ਫਿਰ ਗੁਰਦੇਵ ਸੁਆਮੀ ਭਾਵ ਮਾਸਟਰ ਆਦਿ, ਫਿਰ ਪਰਮੇਸ਼ਰਾ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਪਰਮੇਸ਼ਰ, ਫਿਰ ਚੌਥਾ ਗੁਰੂ ਇਹ ਹੈ ਜਿਹੜਾ ਸਾਨੂੰ ਮਨੁੱਖਾ ਜੀਵਨ ਕਾਹਦੇ ਲਈ ਮਿਲਿਆ, ਇਹ ਕਿਵੇਂ ਸਫਲਾ ਕਰਨਾ, ਇਹਦਾ ਗਿਆਨ ਦਿੰਦਾ। ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹੋ ਤੇਰੀ ਬਰੀਆ। ਤੋ ਮੇਰੇ ਪ੍ਰੀਤਮ ਜੀ ਕਹਿੰਦੇ, ਗੁਰੂ ਜਿਨ੍ਹਾਂ ਕਾ ਅੰਧਲਾ ਚੇਲੇ ਨਾਹੀ ਠਾਓ। ਜਿਨ੍ਹਾਂ ਦੇ ਗੁਰੂ ਨੂੰ ਗਿਆਨ ਨਹੀਂ, ਉਹਨਾਂ ਦੇ ਚੇਲਿਆਂ ਦਾ ਉਧਾਰ ਕਿਵੇਂ ਹੋ ਸਕਦਾ ਹੈ? ਬਿਨ ਸਤਿਗੁਰ ਨਾਉ ਨ ਪਾਈਐ, ਬਿਨ ਨਾਵੈ ਕਿਆ ਸੁਆਉ। ਗੁਰੂ ਤੋਂ ਬਗੈਰ ਮਨੁੱਖਾ ਜੀਵਨ ਨਿਫਲ ਚਲਿਆ ਜਾਣਾ। ਭਗਤ ਕਬੀਰ ਸਾਹਿਬ ਜੀ ਦੇ ਸਮੇਂ ਉਸ ਵੇਲੇ ਦਾ ਅਧਿਆਤਮਕ ਗੁਰੂ ਮਾਰਗ ਦਰਸ਼ਨ ਕਰਨ ਵਾਲਾ ਰਾਮਾਨੰਦ ਸੀ। ਤੇ ਰਾਮਾਨੰਦ ਦੇ ਨਾਲ ਹਮੇਸ਼ਾ ਹੀ ਗੁਰੂ ਪਿਆਰਿਓ ਬਹੁਤ ਸਾਰੇ ਬ੍ਰਾਹਮਣ ਰਿਹਾ ਕਰਦੇ, ਔਰ ਬ੍ਰਾਹਮਣਾਂ ਦਾ ਰਾਜ ਚੱਲਦਾ ਸੀ, ਬ੍ਰਾਹਮਣਾਂ ਦਾ ਹੁਕਮ ਚੱਲਦਾ ਸੀ। ਇਹ ਬ੍ਰਾਹਮਣ ਕਹਿੰਦੇ ਸਨ ਕਿਸੇ ਸ਼ੂਦਰ ਨੂੰ ਆਪਾਂ ਗਿਆਨ ਨਹੀਂ ਦੇਣਾ। ਤੇ ਕਬੀਰ ਸਾਹਿਬ ਜੀ ਵੀ ਜਲਾਹਿਆਂ ਦੇ ਘਰ ਪੈਦਾ ਹੋਏ ਸਨ, ਪਰ ਇਹਨਾਂ ਨੇ ਵੀ ਸੋਚ ਲਿਆ ਸੀ ਕਿ ਮੈਂ ਗਿਆਨ ਲੈਣਾ ਤੇ ਰਾਮਾਨੰਦ ਤੋਂ ਹੀ ਲੈਣਾ, ਇਸੇ ਨੂੰ ਗੁਰੂ ਧਾਰਨ ਕਰਨਾ। ਇਸੇ ਕਰਕੇ ਕਬੀਰ ਸਾਹਿਬ ਨੇ ਇੱਕ ਦਿਨ ਰਾਮਾਨੰਦ ਤੋਂ ਉਪਦੇਸ਼ ਲੈਣ ਵਾਸਤੇ ਜੁਗਤੀ ਵਰਤੀ, ਕਿਉਂਕਿ ਦਿਨੇ ਤਾਂ ਬ੍ਰਾਹਮਣ ਨੇੜੇ ਨਹੀਂ ਸੀ ਜਾਣ ਦਿੰਦੇ ਕਿਸੇ ਸ਼ੂਦਰ ਬੰਦੇ ਨੂੰ, ਭਾਵ ਨੀਵੀਂ ਜਾਤ ਵਾਲੇ ਨੂੰ। ਤੇ ਇਹ ਜਾਤਾਂ ਉੱਤੋਂ ਨਹੀਂ ਬਣ ਕੇ ਆਈਆਂ, ਇੱਥੇ ਬਣਾਈਆਂ ਦੁਨੀਆ ਨੇ।
उतो केवल मानस आया। मानस की जात सब है एक पहचान वो, करता करीम सोई राज कर ही मोए, दूसरो ना भेद कोई भूल परमान वो। ਇਹ ਸਵਾਰਥੀ ਲੋਕਾਂ ਦੇ ਕੰਮ ਹਨ ਜਿਹੜੀਆਂ ਜਾਤਾਂ ਪਾਤਾਂ ਬਣਾਈਆਂ। ਖੈਰ ਕਬੀਰ ਸਾਹਿਬ ਜੀ ਨੇ ਰਾਮਾਨੰਦ ਤੋਂ ਉਪਦੇਸ਼ ਲੈਣ ਦੀ ਇੱਕ ਜੁਗਤੀ ਬਣਾਈ ਆ, ਔਰ ਤੜਕੇ ਤੜਕੇ ਰਾਮਾਨੰਦ ਜੀ ਅੰਮ੍ਰਿਤ ਵੇਲੇ ਜਾਂਦੇ ਨੇ ਗੰਗਾ ਨਦੀ ਤੇ ਇਸ਼ਨਾਨ ਕਰਨ ਵਾਸਤੇ। ਕਬੀਰ ਸਾਹਿਬ ਜੀ ਦਾ ਜਨਮ ਵੀ ਉਸੇ ਇਲਾਕੇ 'ਚ ਹੀ ਹੋਇਆ, ਬਨਾਰਸ ਦੇ ਇਲਾਕੇ 'ਚ। ਤੋ ਬਨਾਰਸ ਦੇ ਵਿੱਚ ਹੀ ਰਾਮਾਨੰਦ ਗੁਸਾਈ ਵਸਦਾ ਹੈ। ਇਹਨਾਂ ਤੋਂ ਉਪਦੇਸ਼ ਲੈਣ ਵਾਸਤੇ ਭਗਤ ਕਬੀਰ ਸਾਹਿਬ ਜੀ ਨੇ ਉਸ ਵੇਲੇ ਤੋਂ ਪਹਿਲਾਂ ਉੱਠਣਾ ਕੀਤਾ, ਤੇ ਜਿਸ ਰਸਤੇ ਇਹ ਗੰਗਾ ਤੇ ਇਸ਼ਨਾਨ ਕਰਨ ਲਈ ਜਾਂਦੇ ਆ ਉਸ ਰਸਤੇ ਤੇ ਟੇਢੇ ਪੈ ਗਏ। ਤੇ ਜਦੋਂ ਹਨੇਰੇ ਦੇ ਵਿੱਚ ਰਾਮਾਨੰਦ ਜੀ ਲੰਘਣ ਲੱਗੇ, ਇਹਨਾਂ ਦਾ ਠੇਡਾ ਵੱਜਿਆ ਸਰੀਰ ਨਾਲ। ਫੀਲ ਹੋਇਆ, ਪਤਾ ਲੱਗਿਆ ਵੀ ਥੱਲੇ ਕੋਈ ਮਨੁੱਖ ਪਿਆ ਹੈ। ਤੇ ਹੁਣ ਭਗਤਾਂ ਦਾ ਸੁਭਾਅ ਹੈ ਸਭ ਨੂੰ ਪਰਮੇਸ਼ਰ ਨਾਲ ਜੋੜਨਾ। ਤੇ ਰਾਮਾਨੰਦ ਜੀ ਨੇ ਵੀ ਉਸ ਬੰਦੇ ਨੂੰ ਬਾਹੋਂ ਫੜ ਕੇ ਖੜਾ ਕਰਦੇ ਹੋਏ ਕਹਿਣ ਲੱਗਿਆ, ਉਠੋਏ ਰਾਮ ਕੇ, ਰਾਮ ਕਹੋ, ਰਾਮ ਕਹਿਣ ਦਾ ਸਮਾਂ। ਤੇ ਕਬੀਰ ਸਾਹਿਬ ਜੀ ਉੱਠ ਕੇ ਰਾਮਾਨੰਦ ਦੇ ਪੈਰੀ ਪੈ ਗਏ, ਆਸ਼ੀਰਵਾਦ ਲਈ, ਤੇ ਉਹਨਾਂ ਤੋਂ ਇਹ ਬਚਨ ਵੀ ਹੋ ਗਿਆ, ਬਈ ਤੂੰ ਰਾਮ ਦਾ ਬੰਦਾ ਹੈ, ਰਾਮ ਰਾਮ ਜਪ। ਉੱਠ ਕੇ ਉਪਦੇਸ਼ ਮਿਲ ਗਿਆ। ਔਰ ਬ੍ਰਾਹਮਣਾਂ ਨੂੰ ਬਾਅਦ 'ਚ ਪਤਾ ਲੱਗਿਆ ਵੀ ਭਗਤ ਕਬੀਰ ਸਾਹਿਬ ਜੀ ਰਾਮਾਨੰਦ ਤੋਂ ਉਪਦੇਸ਼ ਲੈ ਚੁੱਕੇ ਨੇ। ਇਸ ਕਰਕੇ ਗੁਰੂ ਵੀ ਬਣਾਉਣਾ, ਗੁਰੂ ਵਾਲੇ ਬਣਨਾ, ਪਰ ਗੁਰੂ ਵੀ ਸਭ ਕੁਝ ਜਾਣਦਾ ਹੋਵੇ, ਉਸ ਨੂੰ ਆਪਣਾ ਜੀਵਨ ਸਮਰਪਣ ਕਰੋ। ਇਹ ਨਹੀਂ ਕਿ ਥਾਂ ਥਾਂ ਦੇ ਉੱਤੇ ਭਟਕਦੇ ਰਹੀਏ। ਮੇਰੇ ਪ੍ਰੀਤਮ ਜੀ ਕਹਿੰਦੇ, ਹਉ ਗੁਰ ਪੁੱਛੋ ਆਪਣੇ, ਗੁਰ ਪੁੱਛ ਕਾਰ ਕਮਾਓ। ਤੇ ਜੇ ਅਸੀਂ ਨਗੁਰੇ ਦੇ ਪੈਰੀ ਪੈ ਗਏ, ਨਗੁਰੇ ਦੇ ਲੜ ਲੱਗ ਗਏ, ਨਗੁਰੇ ਨੂੰ ਆਪਣਾ ਗੁਰੂ ਧਾਰਨ ਕਰ ਲਿਆ, ਉਹ ਖੁਦ ਵੀ ਦੁਖੀ ਹੁੰਦਾ ਹੈ ਤੇ ਚੇਲਿਆਂ ਨੂੰ ਵੀ ਦੁਖੀ ਕਰਦਾ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ, ਬਿਨ ਨਾਵੈ ਦੁੱਖ ਦੇਹੋਰੀ। ਉਹਨਾਂ ਚੇਲਿਆਂ ਨੂੰ ਇਉਂ ਪਛਤਾਉਣਾ ਪੈਂਦਾ ਪਖੰਡੀਆਂ ਦੇ ਲੜ ਲੱਗ ਕੇ, ਜਿਵੇਂ ਸੁੰਨੇ ਘਰ ਚੋਂ ਕਾਂ 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 ਕਰਕੇ ਉੱਡ ਜਾਂਦਾ। ਪ੍ਰੀਤਮ ਜੀ ਕਹਿੰਦੇ, ਆਏ ਗਿਆ ਪਛਤਾਵਨਾ, ਜਿਉਂ ਸੁਣਿਆ ਘਰ ਕਾਓ। ਉਹਨਾਂ ਨੂੰ ਫਿਰ ਬਾਅਦ 'ਚ ਪਛਤਾਉਣਾ ਪੈਂਦਾ ਵੀ ਅਸੀਂ ਕਿੱਥੇ ਜੀਵਨ ਦੇ ਬੈਠੇ, ਕਿੱਥੇ ਜੀਵਨ ਲਾ ਬੈਠੇ, ਗਲਤੀ ਹੋ ਗਈ। ਪਛਤਾਵਾ ਹੀ ਹੱਥ ਵਿੱਚ ਰਹਿ ਜਾਂਦਾ, ਜਿਵੇਂ ਸੁਣਨੇ ਘਰ ਚੋਂ ਕਾਂ ਆਉਂਦੇ ਆ, ਪਰ ਉੱਥੇ ਕੋਈ ਵਸਦਾ ਨਹੀਂ ਤੇ ਰੋਟੀ ਕਿੱਥੇ ਮਿਲਣੀ ਉਹਨਾਂ ਨੂੰ, ਤੇ ਕਾਂ ਕਾਂ ਕਰਕੇ ਉੱਡ ਜਾਂਦੇ ਆ। ਇਸੇ ਹੀ ਹਾਲ ਉਹਨਾਂ ਨਗੁਰਿਆਂ ਦਾ ਤੇ ਨਗੁਰਿਆਂ ਦੇ ਪਿੱਛੇ ਲੱਗੇ ਚੇਲਿਆਂ ਬਾਲਕਿਆਂ ਦਾ ਹੁੰਦਾ। ਬਿਨ ਨਾਵੈ ਦੁੱਖ ਦੇਹੋਰੀ, ਜਿਉਂ ਕੱਲੜ ਕੀ ਭੀਤ। ਉਹਨਾਂ ਦੀ ਇਹ ਦੇਹੀ ਜਿਹੜੀ ਹੈ, ਇਉਂ ਦਿਨ ਰਾਤ ਦੁੱਖ ਭੋਗਦੀ ਹੋਈ ਖਤਮ ਹੋ ਜਾਂਦੀ ਹੈ, ਜਿਵੇਂ ਕੱਲੜ ਦੇ ਵਿੱਚ ਨਿਕਲੀ ਹੋਈ ਕੰਧ ਝੜ ਝੜ ਕੇ ਖਤਮ ਹੋ ਜਾਂਦੀ ਹੈ। ਆ ਬਠਿੰਡੇ ਵਿੱਚ ਬੜਾ ਕੱਲੜ ਹੈ, ਤੇ ਗੁਰੂ ਪਿਆਰਿਓ ਅਸੀਂ ਵੇਖਦੇ ਹਾਂ ਕੰਧਾਂ ਲਗਭਗ ਲੋਕਾਂ ਦੀਆਂ ਥੱਲਿਓਂ ਜੜ੍ਹਾਂ 'ਚੋਂ ਖੁਰੀਆਂ ਹੋਈਆਂ ਨੇ। ਭਾਵ ਕੱਲੜ ਕੀ ਹੈ, ਜਿੱਥੇ ਬਹੁਤ ਸਾਰਾ ਐਸਿਡ ਹੈ, ਧਰਤੀ ਚੰਗੀ ਨਹੀਂ ਹੈ, ਉਹ ਕੰਧਾਂ ਵੀ ਖਰਾਬ ਹੋ ਜਾਂਦੀਆਂ। ਜਿਹੜਾ ਗੁਰੂ ਚੰਗਾ ਨਹੀਂ, ਉਹ ਚੇਲੇ ਵੀ ਬਰਬਾਦ ਹੋ ਜਾਂਦੇ ਆ। ਕੋ ਸਤਨਾਮ ਸ੍ਰੀ, ਉਹ ਚੇਲੇ ਵੀ ਬਰਬਾਦ ਹੋ ਜਾਂਦੇ। ਬਿਨ ਨਾਵੈ ਦੁੱਖ ਦੇਹੋਰੀ, ਜਿਉਂ ਕੱਲੜ ਕੀ ਭੀਤ। ਨਾਮ ਤੋਂ ਬਗੈਰ ਇਹੀ ਦੁੱਖ ਭੋਗਦੀ ਹੋਈ ਕੱਲੜ ਦੀ ਕੰਧ ਦੀ ਤਰ੍ਹਾਂ ਢਹਿ ਜਾਂਦੀ ਆ, ਡਿੱਗ ਜਾਂਦੀ ਆ। ਤਬ ਲਗ ਮਹਿਲ ਨਾ ਪਾਈਐ, ਜਬ ਲਗ ਸਾਚ ਨਾ ਚੀਤ। ਜਿੰਨਾ ਚਿਰ ਸਾਨੂੰ ਸੱਚ ਦੀ ਪ੍ਰਾਪਤੀ ਨਹੀਂ ਹੁੰਦੀ, ਉਹਨਾਂ ਚਿਰ ਮਾਲਕ ਦੀ ਪ੍ਰਾਪਤੀ ਨਹੀਂ ਹੋ ਸਕਦੀ। ਕਿਸੇ ਨਵੇਂ ਥਾਂ ਤੁਸੀਂ ਜਾਂਦੇ ਹੋ, ਕਿਸੇ ਦਾ ਘਰ ਲੱਭਣਾ ਹੈ, ਜਿੰਨਾ ਚਿਰ ਤੁਹਾਨੂੰ ਉਸ ਬੰਦੇ ਨੂੰ ਜਾਣਨ ਵਾਲਾ ਬੰਦਾ ਨਹੀਂ ਮਿਲਦਾ, ਤੁਸੀਂ ਉਸ ਟਿਕਾਣੇ 'ਤੇ ਪਹੁੰਚ ਨਹੀਂ ਸਕਦੇ। ਤਾਂ ਤੇ ਭਗਤਾਂ ਨੇ, ਗੁਰੂਆਂ ਨੇ, ਪਰਮੇਸ਼ਰ ਦੇ ਪਿਆਰਿਆਂ ਨੇ, ਜਿਹੜੇ ਉਹਦੇ ਨਾਲ ਇਕਮਿਕ ਹੋਏ ਸੀ, ਉਹਨਾਂ ਨੇ ਦੁਨੀਆ ਦਾ ਮਾਰਗ ਦਰਸ਼ਨ ਕੀਤਾ। ਔਰ ਉਹਨਾਂ ਦੇ ਬਚਨ ਸਾਡੇ ਕੋਲ ਹੈ, ਤੇ ਇਹ ਬਾਣੀ ਸਾਨੂੰ ਉਹਨਾਂ ਨਾਲ ਮਿਲਾ ਸਕਦੀ ਆ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਹੁਣ ਸਤਿਗੁਰ ਨੇ ਇੱਥੇ ਕਿਸੇ ਸਰੀਰ ਦੀ ਪੂਜਾ ਦੀ ਗੱਲ ਹੀ ਨਹੀਂ ਕੀਤੀ। ਕਹਿੰਦੇ ਇਹ ਬਾਣੀ ਜਿਹੜੀ ਹੈ, ਭਾਵ ਇਹ ਸਹੀ ਐਡਰੈਸ ਜਿਹੜਾ ਹੈ ਬਾਣੀ ਰਾਹੀਂ ਦਿੱਤਾ ਹੋਇਆ ਪਰਮੇਸ਼ਰ ਦਾ, ਇਹ ਐਡਰੈਸ ਤੈਨੂੰ ਪਰਮੇਸ਼ਰ ਕੋਲ ਲਿਜਾ ਸਕਦਾ, ਨਾ ਕਿ ਕੋਈ ਬੰਦਾ ਲਿਜਾ ਸਕਦਾ।
ਪਰ ਇਹ ਗੁਰਮੁਖਾਂ ਦੇ ਮੁਖ ਚੋਂ ਨਿਕਲੇ ਹੋਏ ਬਚਨ ਹਨ। ਆਓ ਆਪਾਂ ਸ਼ਬਦ ਨਾਲ ਜੁੜੀਏ। ਸ਼ਬਦ ਨਾਲ ਜੁੜ ਕੇ ਹੀ ਤਾਂ ਕੋਈ ਵੀ ਚਿੱਠੀ ਆਪਣੇ ਟਿਕਾਣੇ ਤੇ ਪਹੁੰਚਦੀ ਹੈ। ਜੇ ਤੁਸੀਂ ਉਹ ਚਿੱਠੀ ਤੇ ਗਲਤ ਐਡਰੈਸ ਪਾਤਾ ਤੇ ਉਹ ਰਾਹ 'ਚ ਹੀ ਰੁਲ ਜੂਗੀ, ਨਾ ਉਧਰ ਦੀ ਨਾ ਉਧਰ ਦੀ। ਕਹੋ ਸਤਿਨਾਮ ਸ੍ਰੀ। ਇਸੇ ਤਰ੍ਹਾਂ ਹੀ ਉਹ ਜੀਵ ਆਤਮਾ ਵੀ ਰਸਤੇ ਵਿੱਚ ਹੀ ਰੁਲ ਜਾਂਦੀਆਂ ਜਿਨ੍ਹਾਂ ਨੂੰ ਸਹੀ ਗੁਰੂ ਨਹੀਂ ਮਿਲਦਾ। ਤਬ ਲਗ ਮਹਿਲ ਨਾ ਪਾਈਐ, ਉਹਨਾਂ ਚਿਰ ਆਪਣੇ ਟਿਕਾਣੇ ਤੇ ਨਹੀਂ ਪਹੁੰਚ ਸਕਦੇ। ਜਬ ਲਗ ਸਾਚ ਨਾ ਚੀਤ, ਜਿਸ ਚਿਰ ਉਹਨਾਂ ਦੇ ਹਿਰਦੇ ਵਿੱਚ ਸੱਚ ਦਾ ਐਡਰੈਸ ਨਹੀਂ ਹੈ, ਸੱਚ ਦਾ ਗਿਆਨ ਨਹੀਂ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਰਪਾ ਕੀਤੀ, ਸਾਨੂੰ ਉਸ ਪਰਮੇਸ਼ਰ ਦੇ ਬਾਰੇ ਜਾਣਕਾਰੀ ਦਿੱਤੀ। ਉਹਦਾ ਸੁਭਾਅ, ਉਹਦੇ ਲੱਛਣ, ਉਹਦੇ ਮਿਲਣ ਦਾ ਢੰਗ ਸਾਰਾ ਇੱਕੋ ਸ਼ਬਦ ਮੂਲ ਮੰਤਰ ਵਿੱਚ ਰੱਖ ਦਿੱਤਾ। ਤੁਸੀਂ ਮੂਲ ਮੰਤਰ ਦੇ ਅਰਥ ਕਰ ਲਓ, ਉਹਦੇ ਵਿੱਚੋਂ ਤੁਹਾਨੂੰ ਉਹਦਾ ਸਾਰਾ ਹੀ ਗਿਆਨ ਹੋ ਜਾਊਗਾ। ਉਹਦੇ ਵਿੱਚ ਕਿਵੇਂ ਮਿਲਣਾ ਹੈ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ। ਧੰਨ ਗੁਰੂ ਨਾਨਕ ਜੀ ਫਿਰ ਆਪਣੀ ਮੋਹਰ ਲਾਉਂਦੇ ਹੋਏ ਕਹਿੰਦੇ ਹਨ, ਜਪ ਆਦ ਸੱਚ ਜੁਗਾਦ ਸੱਚ, ਹੈ ਪੀ ਸੱਚ ਨਾਨਕ, ਹੋਸੀ ਪੀ ਸੱਚ ਕੇਵਲ, ਤੇ ਕੇਵਲ ਇਹੋ ਹੀ ਸਰਬ ਕਲਾ ਸਮਰੱਥ ਹੈ। ਇਸੇ ਨੂੰ ਜਪ ਆਰੰਭਤਾ ਤੋਂ ਇਹ ਸੀ, ਅੱਜ ਵੀ ਇਹ ਹੈ, ਜੁਗਾਂ ਵਿੱਚ ਵੀ ਇਹ ਸੀ, ਅੱਜ ਵੀ ਇਹ ਹੈ, ਤੇ ਕੱਲ ਨੂੰ ਵੀ ਇਸੇ ਨੇ ਰਹਿਣਾ। ਧੰਨ ਗੁਰੂ ਨਾਨਕ ਦੇਵ ਜੀ ਨੇ ਕਿਸੇ ਪਖੰਡਵਾਦ ਨਾਲ ਨਹੀਂ ਜੋੜਿਆ, ਇੱਥੋਂ ਤੱਕ ਕਿ ਆਪਦੇ ਸਰੀਰ ਨਾਲ ਵੀ ਨਹੀਂ ਜੋੜਿਆ। ਮਾਰਗਦਰਸ਼ ਕੀਤਾ ਸਾਡਾ, ਪਰ ਕਿਤੇ ਵੀ ਇਹ ਨਹੀਂ ਕਿਹਾ ਕਿ ਮੇਰੀ ਫੋਟੋ ਬਣਾ ਕੇ ਰੱਖ ਲਓ। 10ਵੇਂ ਜਾਮੇ ਵਿੱਚ ਗੱਲ ਹੋਰ ਵੀ ਕਲੀਅਰ ਕਰ ਦਿੱਤੀ ਕਿ ਸਿੱਖੋ ਵੇਖਿਓ ਕਿਤੇ ਮੈਨੂੰ ਰੱਬ ਨਾ ਕਹਿ ਦਿਓ। ਮੈਂ ਹਾਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ, ਜੋ ਮੁਝ ਕੋ ਪਰਮੇਸ਼ਰ ਉਚਰੈ ਤੇ ਨਰ, ਨਰਕ ਕੁੰਡ ਮੈਂ ਪਰ ਹੈ, ਉਹ ਨਰਕਾਂ ਨੂੰ ਜਾਊਗਾ। ਮੋਕੋ ਦਾਸ ਤਵਨ ਕਾ ਜਾਨੋ, ਮੈਂ ਉਹਦਾ ਦਾਸ ਹਾਂ। ਜਾਂ ਮੈਂ ਭੇਦ ਨਾ ਰੰਚ ਪਛਾਨੋ, ਜੋ ਮੁਝ ਬਚਨ ਕਰਨ ਕੀ ਚਾਹੇ, ਗ੍ਰੰਥ ਵਿਚਾਰ ਸੁਣੋ ਚਿਤ ਲਾਏ। ਸਾਡੀ ਵਿਚਾਰ ਮੁਤਾਬਕ ਚੱਲਣਾ ਕਰੋ, ਸਰੀਰਾਂ ਨਾਲ ਜੋੜਨ ਦੀ ਲੋੜ ਨਹੀਂ ਹੈ। ਗ੍ਰੰਥ ਵਿਚਾਰ ਸੁਣੋ ਚਿਤ ਲਾਏ, ਆਤਮਾ ਗ੍ਰੰਥ ਤੇ ਸਰੀਰ ਮੇਰਾ ਪੰਥ ਜਾਨੋ। ਸਰੀਰ ਕਰਕੇ ਮੈਂ ਪੰਥ ਵਿੱਚ ਵਰਤਾਂਗਾ, ਆਤਮਾ ਕਰਕੇ ਬਾਣੀ 'ਚੋਂ ਬੋਲਾਂਗਾ। ਇਹ ਮੇਰੀ ਜ਼ਮੀਰ ਦੀ ਆਵਾਜ਼ ਹੈ, ਸੱਚ ਦੀ ਆਵਾਜ਼ ਹੈ। ਕਹੋ ਸਤਿਨਾਮ ਸ੍ਰੀ। ਸੱਚੀ ਆਵਾਜ਼ ਹੈ, ਤੁਸੀਂ ਇਹ ਬਾਣੀ ਨਾਲ ਜੁੜਨਾ ਹੈ। ਖੁਦ ਵੀ 10ਵੇਂ ਪਾਤਸ਼ਾਹ ਜੀ ਨੇ ਆਖਰੀ ਸਮੇਂ ਜਦੋਂ ਅਲੋਪ ਹੋਣਾ ਕੀਤਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਨਮਸਕਾਰ ਕਰਕੇ ਹੁਕਮ ਦਿੱਤਾ, ਆਗਿਆ ਭਈ ਅਕਾਲ ਕੀ, ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ। ਜਿਵੇਂ ਸਾਨੂੰ ਮੰਨਦੇ ਹੋ ਨਾ, ਸਾਡੇ ਵਾਂਗੂ ਗ੍ਰੰਥ ਸਾਹਿਬ ਜੀ ਨੂੰ ਮੰਨੋ, ਪਰ ਇਸ ਤਰ੍ਹਾਂ ਨਹੀਂ ਕਿ ਆਪਾਂ ਸੰਭਾਲ ਤਾਂ ਬਹੁਤ ਕਰਦੇ ਹਾਂ ਪਰ ਬਾਣੀ ਨੂੰ ਮੰਨਦੇ ਹੀ ਨਹੀਂ। ਸੇਵਾ ਸੰਭਾਲ ਤਾਂ ਬਹੁਤ ਕਰਦੇ ਹਾਂ, ਗਰਮੀਆਂ ਵਿੱਚ ਅਸੀਂ ਕੂਲਰ ਏਸੀ ਲਾਏ ਹੋਏ ਨੇ, ਸਰਦੀਆਂ ਵਿੱਚ ਅਸੀਂ ਗਰਮ ਕੱਪੜੇ ਦਿੱਤੇ ਹੋਏ ਆ, ਕੰਬਲ ਰਜਾਈਆਂ ਆਦਿ, ਪਰ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਕੀ ਹੈ ਇਹਦੇ ਵੱਲ ਧਿਆਨ ਹੀ ਨਹੀਂ ਦਿੰਦਾ। ਕਿ ਉਹ ਸਤਿਨਾਮ ਸ੍ਰੀ ਵਾਹਿਗੁਰੂ। ਐਂ ਤਾਂ ਨਹੀਂ ਕਿਹਾ ਸੀਗਾ ਵੀ ਜਿਵੇਂ ਮੈਂ ਰਜਾਈ ਲੈਣਾ ਐਵੇਂ ਰਜਾਈ ਦੇ ਦਿਓ। ਉਹ ਕਹਿੰਦੇ ਜਿਵੇਂ ਹੁਣ ਮੇਰੀ ਗੱਲ ਮੰਨਦੇ ਹੋ ਐਂ ਬਾਣੀ ਮੰਨਿਓ। ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੈਂ ਲੈ। ਤਾਂ ਹੁਣ ਖੋਜ ਤਾਂ ਕਰਨ ਵਾਲੇ ਪਾਸੇ ਚੱਲੇ ਨਹੀਂ, ਅਸੀਂ ਕੇਵਲ ਸੇਵਾ ਸੰਭਾਲ ਕਰ ਰਹੇ ਹਾਂ। ਸੇਵਾ ਸੰਭਾਲ ਤਾਂ ਕਰਨੀ ਪੈਣੀ ਆ, ਕਿਉਂਕਿ ਬੜੀ ਕੀਮਤੀ ਆ। ਹੀਰਾ ਜਵਾਹਰਾਤ ਲਾਲ ਹਨ ਇਹਦੇ ਵਿੱਚ। ਇੱਕ ਲਾਲਾ ਵਾਲੇ ਹੀਰਿਆਂ ਵਾਲੇ ਡੱਬੇ ਨੂੰ ਵੀ ਲੋਕ 7 ਜਿੰਦਿਆਂ ਅੰਦਰ ਰੱਖਦੇ ਆ। ਠੀਕ ਆ, ਸੇਵਾ ਸੰਭਾਲ ਵੀ ਕਰਨੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ, ਪਰ ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿੰਦੇ ਆ ਇਹ ਵੀ ਤਾਂ ਸੁਣਨਾ ਸਿੱਖ ਨੇ। ਕਹੋ ਸਤਿਨਾਮ ਸ੍ਰੀ। ਹਾਂ ਗੁਰ ਪੁੱਛੋ ਆਪਣੇ, ਮੈਂ ਆਪਣੇ ਗੁਰੂ ਨੂੰ ਪੁੱਛਾਂ। ਗੁਰ ਪੁੱਛਕਾਰ ਕਮਾਓ, ਗੁਰੂ ਕੀ ਕਹਿੰਦਾ ਮੈਂ ਉਵੇਂ ਚੱਲਾਂ। ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੈਂ ਲੇਹ। ਜੋ ਪਰਮੇਸ਼ਰ ਨੂੰ ਮਿਲਣਾ ਚਾਹੁੰਦਾ ਸ਼ਬਦ ਦੀ ਵਿਚਾਰ ਕਰ ਲਿਓ। ਸ਼ਬਦ ਸਲਾਹੀ ਮਨ ਵਸੈ। ਕਰਨਾ ਕੀ ਹੈ? ਸ਼ਬਦ ਨੂੰ ਪੜ੍ਹੋ। ਹੁਣ ਬਾਰ-ਬਾਰ ਰਿਪੀਟ ਕਰਨਾ ਬਾਣੀ ਨੂੰ, ਸਹਿਜ ਪਾਠ ਕਰਨੇ, ਖੰਡ ਪਾਠ ਕਰਨੇ, ਜਾਂ ਕੀਰਤਨ ਰਾਹੀਂ ਗਾਉਣਾ, ਜਾਂ ਕਥਾ ਰਾਹੀਂ ਰਿਪੀਟ ਕਰਨਾ। ਇਹਦਾ ਮਕਸਦ ਕੀ ਹੈ? ਸ਼ਬਦਾਂ ਦੀ ਸਮਝ ਆ ਜੇ। ਇੱਕ ਬੱਚਾ ਵੀ ਬਾਰ-ਬਾਰ ਸਕੂਲ ਦੀਆਂ ਕਿਤਾਬਾਂ ਨੂੰ ਰਿਪੀਟ ਕਰਦਾ ਕਿ ਮੈਂ ਪਾਸ ਹੋ ਜਾ,
ਤੇ ਜੇ ਉਹ ਬਸ ਕਿਤਾਬਾਂ ਹੀ ਪੜ੍ਹੀ ਜਾਵੇ ਤੇ ਪੇਪਰ ਦੇਣ ਵੇਲੇ ਭੁੱਲ ਜਾਵੇ ਤੇ ਫਿਰ ਕਿਆ ਉਸ ਦੀ ਪੜ੍ਹਾਈ ਦਾ ਫਾਇਦਾ। ਤੇ ਸਾਡਾ ਉਹੀ ਹਾਲ ਹੋਣਾ ਹੈ। ਅਸੀਂ ਸੰਭਾਲ ਤਾਂ ਬੜੀ ਕਰਦੇ ਹਾਂ, ਪਰ ਪਾਸ ਕਿਵੇਂ ਹੋਣਾ ਇਹ ਬਾਣੀ ਨੂੰ ਪੁੱਛਿਆ ਹੀ ਨਹੀਂ। ਕਹੋ ਸਤਨਾਮ ਸ੍ਰੀ। ਪਾਸ ਕਿਵੇਂ ਹੋਣਾ, ਸੰਸਾਰ ਸਮੁੰਦਰ ਚੋਂ ਨਿਕਲਣਾ ਕਿਵੇਂ ਹੈ, ਇਹ ਤਾਂ ਗੱਲ ਹੀ ਨਹੀਂ ਕੀਤੀ ਕਦੇ। ਕੱਲੇ ਇਸੇ ਵਿਸ਼ੇ ਤੇ ਲੱਗੇ ਹੋਏ ਆ। ਸੇਵਾ ਬਹੁਤ ਹੈ ਸਾਡੇ ਅੰਦਰ, ਸੰਭਾਲ ਬਹੁਤ ਹੈ, ਪਰ ਪਾਤਸ਼ਾਹ ਕਹਿੰਦੇ ਆਓ ਗੁਰੂ ਨੂੰ ਪੁੱਛ ਲਈਏ। ਸ਼ਬਦ ਸਲਾਹੀ ਮਨ ਵਸੈ, ਆਓ ਸ਼ਬਦ ਨੂੰ ਸਲਾਹੀਏ। ਸਲਾਉਣ ਦਾ ਮਤਲਬ ਹੈ ਬਾਰ-ਬਾਰ ਪੜ੍ਹੋਗੇ ਤਾਂ ਤੁਹਾਨੂੰ ਸ਼ਬਦ ਚੋਟਾਂ ਕਰੇਗਾ, ਚੋਟਾਂ ਕਰੇਗਾ ਤੇ ਕਦੇ ਚੋਟ ਤੁਹਾਡੇ ਲੱਗੇਗੀ, ਸਿੱਧੇ ਰਸਤੇ ਪੈ ਜਾਓਗੇ। ਕਹੋ ਸਤਨਾਮ ਸ੍ਰੀ। ਹਾਂ ਮੈਂ ਦੁੱਖ ਜਲ ਜਾਓ। ਜੇ ਤੁਸੀਂ ਬਾਣੀ ਨੂੰ ਪੜ੍ਹੋਗੇ ਤੇ ਬਾਣੀ ਤੁਹਾਡੇ ਹੰਕਾਰ ਨੂੰ ਕੱਟਣ ਦਾ ਕੰਮ ਕਰੇਗੀ, ਕਿਉਂਕਿ ਬਾਣੀ ਜੋ ਕਹੇਗੀ ਉਹ ਜਦ ਸੁਣੇਗਾ ਫਿਰ ਹਰਜੂ ਹੰਕਾਰ ਨਾ ਭਾਵੀ ਵੇਦ ਕੂਕ ਸੁਣਾਵੇ, ਤੈਨੂੰ ਇਹ ਵੀ ਪਤਾ ਲੱਗ ਜੂਗਾ ਕਿ ਉਹਨੂੰ ਹੰਕਾਰ ਚੰਗਾ ਨਹੀਂ ਲੱਗਦਾਗਾ। ਕੇਵਲ ਗੁਰਬਾਣੀ ਹੀ ਨਹੀਂ, ਚਾਰੇ ਵੇਦਾਂ ਵਿੱਚ ਵੀ ਹੰਕਾਰ ਨੂੰ ਮਾਰ ਹੈ। ਜੇ ਕ੍ਰਿਸ਼ਨ ਜੀ ਨੇ ਗੀਤਾ ਲਿਖੀ ਹੈ ਜੰਗ ਦੇ ਮੈਦਾਨ ਵਿੱਚ, ਉੱਥੇ ਵੀ ਹੰਕਾਰੀਆਂ ਦਾ ਖਾਤਮਾ ਲਿਖਿਆ। ਕਹੋ ਸਤਨਾਮ ਸ੍ਰੀ। ਹੰਕਾਰੀ ਸੀ ਦੁਰਯੋਧਨ ਵਰਗੇ, ਜਿਨ੍ਹਾਂ ਨੂੰ ਕ੍ਰਿਸ਼ਨ ਜੀ ਨੇ ਖਤਮ ਕਰਵਾਇਆ। ਮੇਰੇ ਪ੍ਰੀਤਮ ਜੀ ਕਹਿੰਦੇ, ਸਤਿਗੁਰੂ ਪਾਤਸ਼ਾਹ ਕਹਿੰਦੇ ਸ਼ਬਦ ਸਲਾਹੀ ਮਨ ਵਸੈ, ਹਉ ਮੈਂ ਦੁੱਖ ਜਲ ਜਾਓ। ਜਦ ਇਹ ਸ਼ਬਦ ਨੂੰ ਹਿਰਦੇ ਵਿੱਚ ਵਸਾਵੇਂਗਾ ਪੜ੍ਹਦਾ ਪੜ੍ਹਦਾ, ਤਾਂ ਤੇਰੇ ਹੰਕਾਰ ਦੇ ਦੁੱਖਾਂ ਦਾ ਖਾਤਮਾ ਹੋ ਜਾਵੇਗਾ। ਸਹਿਜੇ ਹੋਏ ਮਿਲਾਵੜਾ, ਸਾਚੈ ਸਾਚ ਮਿਲਾਓ। ਫਿਰ ਜਿਵੇਂ ਜਿਵੇਂ ਬਾਣੀ ਨੂੰ ਪੜ੍ਹਦਾ ਜਾਵੇਗਾ, ਵਿਚਾਰਦਾ ਜਾਵੇਗਾ, ਤੇਰਾ ਸੱਚ ਦੇ ਨਾਲ ਮੇਲ ਹੁੰਦਾ ਜਾਵੇਗਾ। ਸਹਿਜੇ ਸਹਿਜੇ, ਜ਼ੋਰ ਲਾਉਣ ਦੀ ਲੋੜ ਨਹੀਂ। ਜਿਵੇਂ ਜਿਵੇਂ ਵਿਚਾਰਦਾ ਜਾਵੇਗਾ, ਜਿਵੇਂ ਜਿਵੇਂ ਉਹ 'ਤੇ ਚੱਲਣਾ ਸ਼ੁਰੂ ਕਰੇਗਾ, ਸੱਚ ਅੰਦਰ ਵਸਣਾ ਸ਼ੁਰੂ ਹੋ ਜਾਵੇਗਾ। ਸਹਿਜੇ ਹੋਏ ਮਿਲਾਵੜਾ, ਸਾਚੇ ਸਾਚ ਮਿਲਾਓ, ਤੇ ਤੂੰ ਸੱਚ ਦੇ ਨਾਲ ਮਿਲ ਜਾਵੇਂਗਾ। ਸ਼ਬਦ ਰਤੇ ਸੇ ਸ਼ਰਬ ਰਤੇ ਸੇ ਨਿਰਮਲੇ। ਤੇ ਜਿਨ੍ਹਾਂ ਨੇ ਸ਼ਬਦ ਦੇ ਨਾਲ ਆਪਣੇ ਹਿਰਦੇ ਨੂੰ ਰੰਗ ਲਿਆ, ਤੇ ਰੰਗਣਾ ਕਿਤੇ ਕੱਪੜਾ ਢਵਾਉਣ ਦੀ ਗੱਲ ਨਹੀਂ, ਰੰਗਣਾ ਮਤਲਬ ਸ਼ਬਦ ਮੁਤਾਬਕ ਚੱਲ ਪੈਣਾ। ਫਿਰ ਭਾਵੇਂ ਕੁਛ ਵੀ ਹੋਵੇ ਸੰਸਾਰ ਦੇ ਵਿੱਚ, ਫਿਰ ਤੈਨੂੰ ਕੁਛ ਵੀ ਹੋਵੇ, ਜੇ ਤੂੰ ਗੁਰਮਤਿ ਅਨੁਸਾਰ ਚੱਲ ਪਿਆ। ਸ਼ਬਦ ਰਤੇ ਸੇ ਨਿਰਮਲੇ, ਤੂੰ ਪਵਿੱਤਰ ਹੋ ਜਾਵੇਂਗਾ, ਨਿਰਮਲ ਹੋ ਜਾਵੇਂਗਾ। ਪਿੱਛੇ ਨਿਰਮਲ ਦੀ ਗੱਲ ਕੀਤੀ ਸੀ, ਪਿਛਲੇ ਸ਼ਬਦ ਵਿੱਚ ਪਾਤਸ਼ਾਹ ਜੀ ਨੇ ਕਿਹਾ ਸੀ, ਗੁਰ ਤੇ ਨਿਰਮਲ ਜਾਣੀਐ ਨਿਰਮਲ ਦੇ ਸਰੀਰ। ਗੁਰੂ ਦੇ ਕੋਲੋਂ ਉਸ ਨਿਰਮਲ ਪਰਮੇਸ਼ਰ ਬਾਰੇ, ਸੱਚ ਬਾਰੇ ਜਾਣਨਾ ਕਰੋ, ਉਹਨੂੰ ਵਸਾਉਣਾ ਕਰੋ, ਤੂੰ ਵੀ ਨਿਰਮਲ ਹੋ ਜਾਏਗਾ। ਕਹੋ ਸਤਨਾਮ ਸ੍ਰੀ। ਇਸ ਕਰਕੇ ਸ਼ਬਦ ਰਤੇ ਸੇ ਨਿਰਮਲੇ, ਜਿਹੜੇ ਸ਼ਬਦ ਦੇ ਰੰਗ ਵਿੱਚ ਰੰਗੇ ਗਏ ਉਹ ਨਿਰਮਲ ਹੋ ਗਏ, ਪਵਿੱਤਰ ਹੋ ਗਏ, ਸਾਫ਼ ਹੋ ਗਏ। ਤਾਂ ਜ ਕਾਮ ਕ੍ਰੋਧ ਅਹੰਕਾਰ, ਕਿਹੜੀਆਂ ਮੈਲਾਂ ਲੈ ਗਈਆਂ? ਜਿਹੜੀਆਂ ਪੰਜਾਂ ਵਿਕਾਰਾਂ ਦੀਆਂ ਮੈਲਾਂ ਸੀ ਉਹ ਲੱਥ ਗਈਆਂ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹੋ। ਖੰਨਲੀ ਧੋਤੀ ਉਜਲੀ ਨਾ ਹੋਵੇ, ਉਲਟੀ ਹੋਵੇ ਮਤ ਬਦਲਾਹੋ। ਉਹਨਾਂ ਦੀਆਂ ਇਹ ਮੈਲਾਂ ਲੈ ਗਈਆਂ ਪੰਜੇ, ਜਿਹੜੀਆਂ ਸਾਡੇ ਮਨ ਨੂੰ ਲੱਗੀਆਂ ਸੀ। ਹੌਲੀ ਹੌਲੀ ਜਿਵੇਂ ਜਿਵੇਂ ਸ਼ਬਦ ਦਾ, ਗੁਰਬਾਣੀ ਦਾ ਗਿਆਨ ਹੁੰਦਾ ਗਿਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਸ਼ਬਦ ਸਲਾਹੀ ਮਨ ਵਸੈ, ਹਉਮੈ ਦੁੱਖ ਜਲ ਜਾਓ। ਉਹਨਾਂ ਦੇ ਅੰਦਰੋਂ ਹਉਮੈ ਦਾ, ਹੰਕਾਰ ਦਾ ਦੁੱਖ ਜਿਹੜਾ ਸੀ, ਜਿਹੜਾ ਜੀਵਨ ਨੂੰ ਬਰਬਾਦ ਕਰ ਰਿਹਾ ਸੀ, ਉਹ ਦੂਰ ਹੋ ਗਿਆ, ਖਤਮ ਹੋ ਗਿਆ। ਸਹਿਜੇ ਹੋਏ ਮਿਲਾਵੜਾ, ਉਹਨਾਂ ਨੂੰ ਸਹਿਜੇ ਹੀ ਪਰਮੇਸ਼ਰ ਨਾਲ ਮਿਲਣਾ ਹੋ ਗਿਆ। ਸਾਚੈ ਸਾਚ ਮਿਲਾਓ, ਧਾਤ ਮਿਲਿਆ ਫੁਣ ਧਾਤ ਕੋ, ਲਿਵ ਲਿਵੈ ਕੋ ਧਾਵੈ। ਪ੍ਰੇਮ ਦੇ ਵਿੱਚ ਪ੍ਰੇਮ ਮਿਕਸ ਹੋਵੇਗਾ, ਧਾਤੂ ਵਿੱਚ ਧਾਤੂ ਮਿਲੇਗੀ, ਮਾਇਆ ਵਿੱਚ ਮਾਇਆ ਮਿਲੇਗੀ, ਮਾਇਆ ਧਾਰੀ ਮਾਇਆ ਵਿੱਚ ਮਿਲੇਗਾ। ਨਾਮ ਜਪਣ ਵਾਲਾ ਪ੍ਰੇਮ ਕਰਦਾ ਹੋਇਆ ਪ੍ਰੇਮ ਦੇ ਵਿੱਚ ਡੁੱਬ ਜਾਵੇਗਾ। ਕਹੋ ਸਤਨਾਮ ਸ੍ਰੀ। ਧਾਤ, ਧਾਤ ਕਹਿੰਦੇ ਆ ਧਾਤੂ, ਲੋਹਾ, ਸੋਨਾ, ਚਾਂਦੀ ਆਦਿ, ਇਹਨਾਂ ਨੂੰ ਵੀ ਧਾਤ ਕਹਿੰਦੇ ਆ। ਧਾਤ ਮਾਇਆ ਨੂੰ ਕਹਿੰਦੇ ਆ, ਧਾਤ ਪੰਜਾਂ ਵਿਕਾਰਾਂ ਨੂੰ ਵੀ ਕਹਿੰਦੇ ਆ। ਤੇ ਪ੍ਰੇਮ ਜਿਹੜਾ ਹੈ ਇਹਨੂੰ ਲਿਵ ਕਹਿੰਦੇ ਆ। ਜੇ ਲਿਵ ਲਾਓਗੇ ਤੇ ਪਰਮੇਸ਼ਰ ਵਿੱਚ ਮਿਲ ਜਾਓਗੇ,
जे माया नाल जुड़ोगे तो माया विच मिल जाओगे, टेढ़ियां जूना विच चले जाओगे। कहो सतनाम श्री। माया दे बहुत रूप है। मेरे प्रीतम जी कहने सिखा, शब्द सलाही मन वसै, हौमै दुख जल जाओ। ये सब तो वड्डा दुख हंकार दा, ये मच जाएगा, शब्द दे नाल खत्म हो जाएगा। जिवें लखां वां लकड़ां नूं अग दी एक कणी ही खत्म कर दिंदी आ, इवें नाम दी कणी पहला हंकार नूं साड़ेगी। बंदा निर्मल विच होवेगा, निमरता च आवेगा। जब निमरता च आवेगा तां ही संसार दी गल जां गुरु दी गल उहदे कंन च पऊगी। पहला वड्डी वाटी यही है कि हंकार विच बंदे नूं कुछ नहीं सुनदा। आ किसानी अंदोलन दे विच किसान किन्ना रौला पा रहे है, किन्नियां गल्लां संसार वालों जा रही हैं, पर हंकारी सरकार नूं सुनदा ही नहीं। कहो सतनाम। क्योंकि कन्नां दे उत्ते दिमाग ते पर्दा पिया होया हंकार दा। कदे रब दी गल सुनी होवे ते उन्हां दा हंकार खत्म होवे। कहो सतनाम श्री। हाँ, बाहरी तौर ते जरूर अनेकों तरह के मंदिर बनाते, पर उहदे नाल भी हंकार वध गया भी देखो असी मंदिर बना दिता। कहो सतनाम। हंकार वध गया, घटिया नहीं उहदे नाल। क्योंकि कई बारी धार्मिक काम भी बंदे विच हंकार नूं वधा दिंदे आ। कहो सतनाम श्री। जिन्ना चिर परमेश्वर दे सिमरन नूं कीता नहीं जावेगा, नाम नहीं जपिया जावेगा, उन्ना चिर हंकार खत्म नहीं हुंदा। जिन्ना चिर हंकार नहीं हुंदा खत्म, उन्ना चिर साडे कंन बोले आ। पंजां विकारां ने मनुख की मत मारी हुई है, मनुख का दिमाग बंद किया होया। जिन्ना चिर निमरता विच नहीं आउंदा, नॉर्मल नहीं हुंदा, उन्ना चिर इहनूं किसे दीयां चीकां, किसे दा दुख दर्द फील नहीं हो सकता। कोई सतनाम ये अनुभव नहीं करूगा उन्ना चिर। मेरे प्रीतम जी कहते जदों ही इस दे उत्ते गुरबाणी दा शब्द दे रंग दा असर होया ते हंकार खत्म होया, उस तो बाद परमेश्वर वाल चलना शुरू होंदा। सहजे होए मिलावड़ा, सच है सच मिलाओ, शब्द रते से निर्मले। जदों शब्द नाल रंग चढ़ना शुरू होया तो जीव साफ होना शुरू हो गया। ये अंदरों मैला लहनियां शुरू हो गई। तज काम क्रोध अहंकार, पहला हंकार मरिया, फिर काम वासनावां खत्म हो गई। ते काम केवल इको चीज़ नहीं, काम का मतलब आशा तृष्णा, आ भी मेरा हो जे, आ भी मेरा हो जे, कामनावां, ये कामनावां भी खत्म हो गई। फिर को सतनाम से आशा तृष्णावां भी खत्म हो गई। ते ये गुरु प्यारिओ तुसीं सुनिया होना अंग्रेज़ां दे समय शहीद भगत सिंह होरां ने असैंबली विच एक बंब सिटिया ते नाल ही उहदे एक लिख के कागज भी सिटिया बई असीं ये बंब किसी नूं मारन वास्ते नहीं सिटिया, असीं बोली सरकार दे कन्नां नूं खोलण वास्ते सिटिया भी गल सुनो संसार दी। पर गुरु दे जिहड़े बंब है ना वो शब्द हैं। कहो सतनाम सिंह। ये शब्द का पता नहीं लगता किवें अंदर जांदा, पर अंदरों बदलाव लिया दिंदा। कबीर साहब जी कहते मैथों मेरा शरीर खो लिया पंजां विकारां ने, क्यों लीजा गढ़ बंका भाई, दोवर कोटर तेवर खाई, 5-25 मोह मद मत्सर आडी परबल माया, जन करीब को जोहर न पहुंचे कहाँ करो रघुराया। भाव इन्हां पंजां विकारां ने मेरे शरीर ते पड़दा असर कर लिया, कब्जा कर लिया, मैनू तेरे नाल जुड़न नहीं देंदे, नाम जपन नहीं देंदे, दबल्ली फिरदे आ बाहरे बाहर। तो गुरु पातशाह की कहते प्रेम पलीता सुरत हवाई, गोला ज्ञान चलाया, कहते इन्हां पंजां नूं मार। फिर प्रेम दा पलीता, प्रेम दी बत्ती ला के लिव ला के वाह गुरु वाह गुरु वाह गुरु, ये प्रेम दा पलीता। कहते प्रेम दी बत्ती ला के, प्रेम दा पलीता ला के, प्रेम पलीता सुरत हवाई, हवाई हुंदा हवा विच, वाहिगुरु वाहिगुरु कहने आते हवा दे विच भी जा रहा है। जिवें जिवें तू ये सिमन कर करके उच्ची आवाज़ विच प्रेम दे नाल गाएगा, तेरे अंदर ज्ञान पैदा होऊ। ये ज्ञान का गोला तेरे अंदरों पैदा होके अंदर ही चल जूगा। जब अंदर ही गोला चल गया तो इन्हां पंजां विकारां ने मर जाना। कहो सतनाम। गोला ज्ञान चलाया, प्रेम पलीता सुरत हवाई, गोला ज्ञान चलाया,
तो फिर की होया, सहजे ही अंदरले दुश्मन मर गए। जब अंदरले मर गए तो बाहर भी कोई दुश्मन नहीं रहा, क्योंकि सारे बाहरी दुश्मन अंदरली सोच नाल ही पैदा होए। जैसा देखा वैसा देख, जिहो जी तेरी सोच है तैनू दुनिया ओहे जी दिसेगी। प्रीतम जी कहते शब्द सलाही मन वसै, हम मैं दुख जल जाए सहजे होए मिलावड़ा। फिर तेरा कदम चलेगा परमेश्वर वाल हौली हौली। सच है सच मिलाओ तो तू सच नाल जुड़दा जाएगा। जिंदगी चो झूठ बोलना, झूठ नाल खड़ना ये बंद करता जाएगा, क्योंकि कुछ बदलाव होना चाहिए ना। जो कुछ किया ही ना फिर पढ़न का कोई फायदा नहीं, सुनाउण का भी कोई फायदा नहीं। हौली हौली सच वाल चलेगा। शब्द रत्ते से निर्मले, जब सच नाल चल पिया तू शब्द का रंग चढ़ता जाएगा, विकारां का रंग लैंदा जाएगा। तज काम क्रोध हंकार ते तेरे अंदरों काम वासनावां हंकार आदि खत्म हो जाएगा। नाम सलाहन सद सदा, पर याद रखी नाम नूं फिर भी छड्ड ना दे भी हुण तां मैं निर्मल हो गया। जिस तरह रोजाना बीबी घर दे विच झाड़ू मारदी है, भांडे सानों साफ दिसदे है पर फिर कपड़ा मार मार के रखदी है, इस तरह ये नितनेम करना, सिमरन करना, एक झाड़ू मारना है, किते दोबारे गर्दा ना चढ़ जे मन ते। नाम सलाहन सद सदा, जेड़े नाम नूं हमेशा जपदे रहंदे हन। हर राखै उर धार, जेड़े हमेशा हरि नूं हिरदे विच वसा के रखदे है, सो क्यों मनो विसारीऐ। ऐसे परमेश्वर नूं, ऐसे परमात्मा नूं याद रखो ते परमात्मा दे सिमरन वालियां दी संगत भी करदे रहो। सही प्यारियां मेर जिन्ना मिलिया तेरा नाम चित्ते आवे। संगत बड़ी जरूरी आ। जिवें फसल नूं पानी दी लोड़ है, जिमीदार समय समय ते गोडी भी करदा है, विकारां नूं भी वढदा है, विचों घाह फूस भी कढदा है, हफ्ते बाद फिर पानी भी लाउंदा है। पर इस तरह साडी जिंदगी नूं रोज़ सत्संग दे पानी दी लोड़ है। मेरे प्रीतम जी कहंदे सो क्यों मनो विसारी है, सब जियां का आधार। ऐसे परमेश्वर नूं हमेशा याद रखो, जिहड़ा साडा सब दा आसरा है। शब्द मरै सो मर रहे, जिहड़े शब्द नाल जुड़ के अपने विकारां नूं मार गए, इह है जिउंदे मरना। जिउंदे मरना भाव झूठ का मुकाबला करते हुए सच दे नाल खड़े रहना। जिस तरह गुरु तेग बहादुर महाराज जी दे नाल शहीद होने वाले तिन्ने सिख हमेशा उन्हां दे नाल खड़े रहे, वो सच नाल खड़े रहे, शहीदियां पा गए। इस तरह झूठ का मुकाबला करते हुए सच ते खड़े रहना, फिर की होवेगा? फिर ओह संसार वालों भावें मुरदे दिसणगे पर दोबारा जम्मण मरण च नहीं आउणगे। ओह को सतनाम श्री दुनिया कहूगी मरे होए, पर वो झूठ का मुकाबला करते हुए सच ते अड़े हुए आ। जिहड़े सच ते अपने शरीर नूं वार गए वो दुनिया विच अमर हो गए। शब्द मरै सो मर रहे, फिर मरै ना दूजी बार, वो दोबारा बार बार नहीं मरते, वो इक्को बारी मरते आ। फिर कबीर साहब भी यही गल कहते सी, एक दुख राम राय काटो मेरा, अगन दहै अर गर्भ बसेरा। कदे अग विच मचना ते कदे गर्भ की अग विच मचना, ये दुख दूर करो। मेरे प्रीतम जी कहते आओ सो क्यों मनो विसारी है। फिर ऐसे परमेश्वर नूं क्यों विछारीए जिहड़ा साडा आसरा है। शब्द मरै सो मर रहा, फिर मरै न दूजी वार। जिहड़े शब्द नाल जुड़ के मर गए वो कदे नहीं मरदे। शब्दे ही ते पाई है हर नामै लगे प्यार। उन्होंने ने शब्द नाल जुड़ के उस मालक नूं प्राप्त कर लिया जिसनों दुनिया लभदी फिरदी है। शब्द धरती, शब्द आकाश, शब्द है शब्द भया प्रकाश। ये शब्द ने सानू बनाया, शब्द नाल ही मिलना है। सिखो शब्द प्यारियो जन्म मरण की टेक। शब्द नाल जुड़ के ही मरीए तो दोबारा ना जमना पवे ते ना मरना पवे। को सतनाम सिंह जे बच्चों नाल जुड़ के मर गया, भाव मरदा होया कहना हाय मेरे बच्चे मैं तो मर गया, बच्चों का की बनू।
तो परमेश्वर कहते फिर ऐदा कर हूँ तू सूरी बन जा, सूर बन जा। सूरी दे 18 भी बच्चे होंदे आ, लई फिरी मगर मगर। तो दुबारी जमना पै गया ना सूर बन के। जे मरदा होया बिल्डिंग नाल जुड़ गया, हाय मेरी कोठी रह गई, मैं तो मसा बनाई सी। परमेश्वर कहते चंगा जे तू कोठी लैनी है तो ये विच तुरया फिर भूत प्रेत बन के। को सतनाम श्री। शब्द मरे सो मर रहे, फिर मरे ना दूजी वार। जिहड़ा शब्द नाल जुड़ के मरिया अंत काल नारायण सिमरे। जे मरदा होया शब्द नूं याद कर गया, फिर मरे ना दूजी वार। अंत काल नारायण सिमरे। ऐसी चिंता मैं जे मरे, बद तलोचन ते नर मुक्ता पीतंबर वाके हृदय बसे। वो निकल गया दुनिया के जन्म चक्कर के गेड़ चों। प्रीतम जी कहते शब्द ही ते पाईऐ हर नामे लगे प्यार। शब्द नाल जुड़ के ही परमेश्वर नूं पाया जा सकता है। परमेश्वर दे नाम नाल प्यार करके वाह गुरु वाह गुरु वाह गुरु वाह गुरु कह के उसनूं याद करदियां होइयां प्यार दे नाल। जिवें प्यार नाल बच्चे नूं आवाज़ मारदे आ, जिवें प्यार नाल कोई माँ अपने पुੱਤ नूं आवाज़ मारदी आ। जैसी कामी पुरख कामनी प्यारी, जिवें मनुख नूं इस्त्री नाल प्यार है, इस तरह ही तैसी नाम है प्रीत मुरारी। मेरा ऐसा प्यार परमेश्वर दे नाल है। कहो सतनाम। सिरे लाती गल ना, हुण जजमेंट आपे कर लो बई। जिवें उन्हां दा प्यार है माँ पुੱਤ दा, पति पत्नी दा, मनुख इस्त्री दा, ऐसा ही प्यार मेरा परमेश्वर नाल है। प्रीतम जी कहंदे शब्द ही ते पाईऐ हर नामे लगे प्यार। ये शब्द नाल जुड़ के ही मालक की प्राप्ति हो सकती है। बिन शब्द जग भूला फिरै मर जन्मै वारो वार। जे गुरु दे बख्शे शब्द नाल नहीं जुड़ता। इस पवित्र शब्द ही आरंभ किया सीगा, रे मन भूले बावरे गुर की चरनी लाग। हर जप नाम ध्याए तू जम डर पै दुख भाग। दुख भज जाणगे जमा वाले, बार बार जमन मरण वाले। हुण कई कहणगे सानू की पता उन्हां दा, बई ऐसे जिंदगी विच भी तू सुखी हो जावेगा, तैनू ये तां जजमेंट हो ही जाऊगी ना। को सतनाम श्री। गुरु झूठ नहीं बोलता, वैसे वो भी दुख है, पर दसमेंट करने वास्ते तैनू ऐसे जिंदगी भी सुख मिलेगा। जे नहीं मिलेगा तो फिर तुसी पीछे देख लो झात मार के, जिहड़े चरखड़ियां ते चढ़ गए वो किवें चढ़ गए। को सतनाम श्री। जिहड़ा खोपड़ी लुहा गया चौंकड़ा मार के वो किवें लुहा गया। जिहड़ा तत्ती तवी ते चौंकड़ी मार के बह गया वो किवें बैठ गया, उन्होंने दुख क्यों नहीं आया। भाव इस जिंदगी विच भी तैनू दुखों तो उच्चा चक लवेगा, तैनू दुख भी दुखी नहीं कर सकेगा। दुख आवेगा पर दुख दुखी नहीं कर सकेगा। प्रीतम जी कहते शब्द रते शब्द मरे सो मर रहे, फिर मरे न दूजी वार। शब्द ही ते पाईऐ हर नामै लगे प्यार। बिन शब्द सब जग भूला फिरे मर जन्मै वारो वार। सब सलाहे आपको वड्ढों वडेरी होए। कोई नहीं कहना मैं घट हाँ, सारे कहने मैं वड्डा, मेरे वर्गा कोई नहीं हैगा। कोई सतनाम। बस इहो ही हंकार है। नेकी कर दरिया में डाल, चंगे कम करके भी निमरता रखनी, ये हंकार तो रहत है। पातशाह जी कहते इत्थे सारी अपने आप नूं वड्डा कहते आ, पर जजमेंट गुरु तो कराओ। आए तो पित्तल भी कहना मैं भी सोने वर्गा ही हाँ। कहो सतनाम। पर सराफ नूं पुछो ना भी इहदा मुल किन्ना क पैंदा। सोना ते पित्तल जिहड़ा है रंग तो इक्को जिहा रखदे है, पर जब सराफ की सुनियार की नज़र च आवेगा फिर पता लगेगा बई उन्हां चों किहड़ा महंगा है ते किहड़ा सस्ता है। हीरा भी कंच वर्गा लगता है, कंच भी हीरे वंगी भा मारदा है। पर एक फर्क है कि हीरा हनेरे में चानन करता है, कंच नहीं करता। जिहड़ा गुरु का ज्ञान है वो तुहानूं अज्ञानता विचों कढ लवेगा, पर जिहड़ा अपने आप को कहना मेरे वर्गा कोई नहीं, मैं भी रब हाँ, मैं भी गुरु हाँ, मेरे कोले आओ मैं तुहानूं पार लावेगा, उन्हां दी हालत उस अजगर सप वर्गी हुंदी है।
जिस नूं कीड़ियां खा रहीआं सीगीआं ते जिस दा उधार छेवें पातशाह ने कीता सी। इस करके वह तो कोई भी घट नहीं, सब सलाहे आप को वड्डो वडेरी होए, गुर बिन आप न चीनी है। थोड़ी जी अपने आप नूं घसौटी ते घसा के देखो। सुनियारां कोले काले रंग का पत्थर हुंदा, उहनूं घसौटी कहंदे आ। जदों तुसीं कोई पीले रंग की चीज़ तुहानूं लभी, क्योंकि डुपलीकेट हार भी बनते हैं, गहने भी डुपलीकेट पित्तल के बनते हैं, उन्हां दे नक्शे बिल्कुल सोने के हार वर्गे ही होंदे आ। कई बारी तो तुहानूं राह खेड़े चों मिल गया, डिग्गिया, तुसीं चक्किया, सुनियार कोल गए, भाई साहब जी आ गहना बेचना है, आपदे जिहड़े सुनियार नूं भुलेखे च पाउणे आ भी बाबा जी असीं ना हार बेचना, किन्ने पैसे दिओगे? सुनियार ने फड़दियां ही अपनी घसौटी चक्की, वो काले रंग का पत्थर फड़ के जद गहना घसाया ना, घसौटी कहंदी ये तांबे चों बनिया होया पित्तल है। कहो सतनाम, क्योंकि पित्तल जिहड़ा वो तांबे तो तैयार कीता है। जब पित्तल की लकीर तुसीं मारोगे उस घसौटी ते लाल रंग की आ जाऊगी, उहदा पिछोकड़ आ जाऊगा भी ये तांबे चों निकल के आया, ये सोना नहीं हैगा। जे सोना हुंदा तां तांबे नूं भी सोना बना दिंदा, सुनहरी लकीर मारदा, पर यह सोने वर्गा लगता, सोना है ही नहीं गा, ये तांबे चों बनिया पित्तल है, ये उप धातु है। कुछ वो धातां जिहड़ियां सीधियां थल्लियों निकलदियां, सोना चांदी लोहा तांबा अबकर अबरक, और कुछ वो धातां जिहड़ियां इन्हां तो अगे तैयार कीतियां जांदियां। तो पित्तल जिहड़ा है तांबे तो बनिया होया धात है। इस तरह ही जिहड़े पखंडी है वो देखण नूं तां बंदे दिसदे ने, अपने आप को गुरु जाहर करते हैं, पर जे उन्हां विच गुरमत नहीं है तो गुरु की घसौटी ते ला के देख लो कि उतरदा है उस घसौटी ते। जां लभता नेहो किया, जे तेरे अंदर लालच है तो यदा मतलब तू परमेश्वर नाल प्यार नहीं कर रहा हजे। कहो सतनाम श्री। जां लभता नेहो किया, लभता कूड़ा नेहो, जे लालच है तो तेरे प्रेम दे विच हजे फर्क है, झूठ है इच मिक्स। लभ तो कूड़ा नेहो, उस तरह किचर छत लंघाई है, टुट्या छप्पर मेहो, ये तेरा प्रेम इहो जिहा है जिवें टुटी हुई छपरी होवे ते मीह पैंदे विच किवें ओहदे विच बचांगे। भाव जद जमां दा मीह पिया, जद मौत दा मीह पिया, तैनूं ये झूठा प्यार बचा नहीं सकदा। जद मौत आई तू टेढ़ियां जूनां विच जावेगा। जां लभ तानू नेहो किया, कबीर साहब जी दे बचन, लभ ता कूड़ा नेहो, किचर छत लंघाई है, छप्पर टुट्टा मेहो। इस करके बाबा जी कहने, ऊँ तो वह सारे कहने मेरी घोड़ी वाली भजदी है, पर जब मैदान में दूजिया की घोड़ी ने भजाई जाती है ना, फिर पता लगता किहड़ी मूहरे जाती है। को सतनाम, सब सलाहे आपको, कोई नहीं कहना मैं घट हाँ, सारे कहने मैं वधिया हाँ, मेरे वर्गा कोई नहीं। वड्डो वडेरी होए सारे वड्डे बनते आ। गुर बिन आप न चीनी है, कहे सुने क्या होए, पर गुरु ही दसूगा। कोई साडे तो वड्डा ही सानू दसू असी गलत है कि ठीक हाँ, जिहड़ा साडे तो वध ज्ञान रखदा वो दसूगा। हुण किसान कह रहे हैं असी ठीक हाँ कि तुहाडे कानून गलत है, सरकार कह रही है असी ठीक है साडे कानून सही है। हुण इन्हां दोहां दा फैसला तां परमेश्वर ही करूगा। कोई सतनाम, परमेश्वर ही करूगा ना। सरकार कहती है साढ़े कानून सही है, तुहाडे भले वास्ते बनाए हैं, पर जदों कानून अगे जाके वरते जाएंगे फिर पता लगू भी गलत कौन है तो सही कौन है। सारे कहने असी वड्डे, पर जिमीदार जिहड़ा वो खेतीबाड़ी करदा उहनूं पता लग गया कि इसने ठगी मारनी शुरू की हुई है। इस करके क्योंकि वो लालची हो चुके हैं, उसका संसार नाल कोई प्यार नहीं। प्रीतम जी कहते सारे अपने आप को सियाणा कहते हैं, वड्डा कहते आ, पर यह तो गुरु ही दसूगा कि सियाणा कौन है तो कमला कौन है, वड्डा कौन है छोटा कौन है। नानक सब सलाहे आपको वड्डो वडेरी होए, गुरबिन आप न चीनिया कहे सुने क्यों होए। नानक शब्द पछाणीए, कहते आओ इनू परमेश्वर के शब्द रूपी मंत्र की घसौटी ते परख के देखिए कि की सही आ।
भाव गुरबाणी ते ला के देख लो, गुरबाणी तो साडे हरेक प्रश्न का हल करती है। इस प्रश्न का हल भी कर सकती है गुरबाणी, ये हर चीज़ का हल है। पर जे कोई इसकी घसौटी नूं वरत के देखे, हुण घसौटी आप तो सोने नाल घसदी नहीं, जिन्हों लोड़ है सोना घसा के देख लो दस दूगी जी। उस पीले रंग दे विच चांदी की बहुतात है तो वह लाइन चिट्टी आऊगी। जे सोने में चांदी ज़्यादा मिक्स है ना फिर चिट्टी लैन आऊगी, जे तांबा मिक्स है तो फिर लाली च लैन आऊगी, जे निरा ही पित्तल है तो फिर जमा ही लाल आऊगी। को सतनाम श्री। इस करके गुरु साहब जी कहते आ गुरु की घसौटी ते पूरे उतर के वेखदे आ भला गुरु की कहंदा। गुर बिन आप न चीनिया कहे सुने क्यों होए, ऐ कहण नाल कोई वड्डा ते कोई छोटा नहीं हो सकता। नानक शब्द पछाणीए हम मैं करे न कोए। ये बाणी कहदी आ शब्द नाल जुड़ के अपने आप नूं पछाणो, हंकार छड्डो। हौमै दीर्घ रोग है, हौमै वड्डी बीमारी है। दारू पी इस माहे दवाई भी अंदर पई आ हंकार नूं खत्म करन दी। वो केड़ी है, किरपा करे जे अपनी तां गुर का शब्द कमाहे। आओ गुरु के शब्द नाल जुड़िए। ये साडियां सारियां बीमारियां दा, सारे दुखां दा, सारे प्रश्नां दा हल करन वाली है बाणी। गुरु गुरु है बाणी विच बाणी अमृत सारे। गुरबाणी कहे सेवक जन मानै, पर तह गुरु निस्तारे दे महावाक अनुसार गुरबाणी दे लड़ लगिए, गुरबाणी दी विचार करिए। रे मन भूले बाबरे गुर की चरनी लाग, हर जप नाम ध्याए तू जम डर पै दुख भाग। हाँ गुर पूछो अपना गुर पुचकार कमाओ, शब्द सलाही मन वसे हौमे दुख जल जाओ। ये हंकार ही दुख दे रही है मनुख नूं, ते इहो वड्डी बीमारी है। गुरु किरपा करके इस बीमारी का खात्मा करन, मनुख नूं नॉर्मल करन ते अपने विच मिलाउण। विचारां इत्थे ही रोकदे आ, बोलदियां नेकां अखर बाद घाट हो जांदे। सिख संगतां दे सतगुरु बख्शण जोग है, बख्श लैना जी। समाप्ति करिए। बुलाओ फतेह पाओ फतेह। वाहिगुरू जी का खालसा, वाहिगुरू जी की फतेह। वाहिगुरू।